नंबर 6 तो जो कि जुड़ी हुई है संगरूर पुलिस नाल क्योंकि संगरूर पुलिस दे वल्लों टारगेट किलिंग दी साजिश नूं नाकाम कीता गया। दरअसल सुनाम तो हथियारां सणे बदमाश पुलिस वल्लों गिरफ्तार कीते गए ने। मुलजम दे कोलों 4 पिस्तौलां ते गोली सिक्का बरामद कीता गया है। 10 तो बाद मामले च नामजद है ये मुलजम जिसनूं गिरफ्तार कीता गया है। मनप्रीत उर्फ मनी लखविंदर उर्फ लखा नां दे शख्स ते कतल दी प्लानिंग इस दे वल्लों कीती जा रही सी। एक वड्डी कामयाबी जरूर हासिल की गई है। जो रिकवरी इस बदमाश के कोलों हुई है वो भी तस्वीरां तुसीं देख पा रहे हो। ते संगरूर पुलिस वालों टारगेट किलिंग दी साजिश नाकाम की गई है। इस तो पहला ही गुप्त सूचना के आधार पर पुलिस वालों कार्रवाई की गई। सुनाम तो हथियारां समेत बदमाश गिरफ्तार किया गया। मुलजम के कोलों 4 पिस्तौलां ते गोली सिक्का भी बरामद होया है। 10 तो बाद मामले च ये मुलजम मनप्रीत उर्फ मनी नामजद सी लोड़िंदा सी। वक-वक पहला तो भी कई मामले इस ऑलरेडी दर्ज ने। लखविंदर उर्फ लखा नां दे शख्स के कतल दी इसदे वल्लों प्लानिंग की जा रही सी। ये जो टीम्स सीआई दी टीम्स जिन्हों की एसपीडी साहब लीड कर रहे सी श्री दविंदर अत्री जी ते नाल ही डीएसपी डी ਅਤੇ इंचार्ज सीआईए कोल मुखबरी राही इन्फॉर्मेशन सी कि एक मनप्रीत सिंह एलियस मनी जो कि इस नाम का रहने वाला है ਉਹਦੇ ਕੋਲ ਨਜਾਇਜ਼ ਅਸਲਾ ਹੈ। ਤਾਂ ਇਸ ਇਨਫੋਰਮੇਸ਼ਨ ਤੇ ਐਫਆਈਆਰ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਅਰੈਸਟ ਤੋਂ ਬਾਅਦ ਉਹਦੇ ਤੋਂ 4 ਨਜਾਇਜ਼ ਪਿਸਤੌਲ 32 ਬੋਰ 3 ਮੈਗਜ਼ੀਨ ਅਤੇ 8 ਜਿੰਦਾ ਰਾਉਂਡ 32 ਬੋਰ ਬਰਾਮਦ ਕੀਤੇ ਗਏ। ਜਿਸ ਦੇ ਨਾਲ ਹੀ ਇੱਕ ਹਰਿਆਣਾ ਨੰਬਰ ਦੀ ਸਵਿਫਟ ਡਿਜ਼ਾਇਰ ਕਾਰ ਹੈ ਜੋ ਰਿਕਵਰ ਕੀਤੀ ਗਈ। ਇਹਦੀ ਪੁੱਛਗਿੱਛ ਦੇ ਵਿੱਚ ਇੱਕ ਬਹੁਤ ਅਹਿਮ ਗੱਲ ਸਾਹਮਣੇ ਆਈ ਕਿ ਇੱਕ तरीके की टारगेट किलिंग करने की तैयारी सीगा जो कि ਇਹਦੀ ਪੁੱਛਗਿੱਛ ਦੇ ਵਿੱਚ ਇਹਨੇ ਡਿਸਕਲੋਜ਼ ਕੀਤਾ ਹੈ ਕਿ ਇੱਕ ਬੰਦੇ ਨੂੰ ਜਿਨ੍ਹਾਂ ਦਾ ਨਾਮ ਲਖਵਿੰਦਰ ਸਿੰਘ ਉਰਫ ਲੱਖਾ ਹੈ ਉਹਨਾਂ ਨੂੰ ਇਹ ਮਾਰਨ ਦੇ ਲਈ ਇਹਨੇ ਵੈਪਨ ਹੈ ਜਿਹੜੇ ਉਹ ਪ੍ਰੋਕਿਉਰ ਨਾਲ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਜੁੜੇ ਨੇ। ਚਰਨਜੀਤ ਤੁਹਾਡੇ ਤੋਂ ਜਾਨਣਾ ਚਾਹਾਂਗੇ ਮਨੀ ਲੱਖੇ ਨੂੰ ਕਿਉਂ ਮਾਰਨਾ ਚਾਹੁੰਦਾ ਸੀ, ਵਜ੍ਹਾ ਕੀ ਹੈ, ਆਪਸੀ ਰੰਜਿਸ਼ ਜਾਂ ਹੋਰ ਕੋਈ ਮਾਮਲਾ? ਤਾਂ ਬਿਲਕੁਲ ਕਿਤੇ ਨਾ ਕਿਤੇ ਇਹ ਜਿਹੜਾ ਅਪਰਾਧੀ ਹੈਗਾ ਇਹ ਟਾਰਗੇਟ ਕਿਲਿੰਗ ਕਰ ਰਿਹਾ ਸੀ। ਪਹਿਲਾਂ ਵੀ ਕਾਫੀ ਮਾਮਲੇ ਦਰਜ ਨੇ ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਫਿਲਹਾਲ ਉਹਨਾਂ ਨੇ ਕੋਈ ਆਪਸੀ ਰੰਜਿਸ਼ ਜਾਂ ਦੁਸ਼ਮਣੀ ਨਹੀਂ ਦੱਸੀ ਹੋਈ। ਜੋ ਹੁਣ ਤੱਕ ਜਿਹੜੀ ਜਾਣਕਾਰੀ ਪੁਲਿਸ ਦੇ ਵੱਲੋਂ ਮਿਲੀ ਹੈ ਕਿ ਕਿਤੇ ਨਾ ਕਿਤੇ ਪੈਸਿਆਂ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਪੈਸਿਆਂ ਦੇ ਮਾਮਲੇ ਦੇ ਵਿੱਚ ਹੀ ਜਿਹੜਾ ਹੈਗਾ ਇਹ ਜਿਹੜਾ ਦੋਸ਼ੀ ਹੈਗਾ ਮਨਪ੍ਰੀਤ ਸਿੰਘ ਇਹ ਉਹਨਾਂ ਨੂੰ ਲੱਖੇ ਨੂੰ ਮਾਰਨਾ ਚਾਹੁੰਦਾ ਸੀ। ਕਿਤੋਂ ਕਿਸੇ ਨੇ ਜਿਹੜੀ ਹੈਗਾ ਸੁਪਾਰੀ ਵਗੈਰਾ ਜਿਹੜੀ ਹੈਗੀ ਦਿੱਤੀ ਸੀ। ਬਾਕੀ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਪੂਰੀ ਕਰ ਰਹੀ ਆ। ਪਰ ਜਿਹੜੀ ਵੱਡੀ ਗੱਲ ਹੈਗੀ ਉਹ ਇਹ ਹੈ ਕਿ ਪੂਰਾ ਗੰਭੀਰ ਜਿਹੜਾ ਮਾਮਲਾ ਇਹ ਦਰਜ ਹੋਇਆ ਸੀ ਇਹਦੇ ਕੋਲ ਕਾਫੀ ਜਿਹੜਾ ਮਨਪ੍ਰੀਤ ਦੇ ਪਰ ਮਾਮਲੇ ਪਹਿਲੇ ਦਰਜ ਨੇ। 6 ਮਹੀਨਿਆਂ ਤੋਂ ਭਗੌੜਾ ਚੱਲਿਆ ਰਿਹਾ ਸੀ। ਤਾਂ ਜਦੋਂ ਹੁਣ ਪੁਲਿਸ ਨੂੰ ਇਤਲਾਹ ਮਿਲੀ ਕਿ ਇਹ ਸੁਨਾਮ ਦੇ ਵਿੱਚ ਹੈਗਾ ਕਿਸੇ ਬੰਦੇ ਦੇ ਕਤਲ ਦੇ ਲਈ ਆਇਆ ਹੈ ਤਾਂ ਜਦੋਂ ਫੜਿਆ ਗਿਆ ਤਾਂ 4 ਚਰਨਜੀਤ ਕੀ ਇਹ ਜੋ ਮਨੀ ਹੈ ਕਿਸੇ ਗੈਂਗ ਦੇ ਨਾਲ ਸੰਬੰਧਿਤ ਹੈ? ਤਾਂ ਫਿਲਹਾਲ ਜੋ ਸਰ ਹੁਣ ਤੱਕ ਦੀ ਜਾਣਕਾਰੀ ਮਿਲੀ ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਹਜੇ ਜਾਰੀ ਹੈ। ਇਸ ਜਿਹੜਾ ਦੋਸ਼ੀ ਹੈਗਾ ਇਹਨੂੰ ਇਹ ਤੋਂ ਇਨਵੈਸਟੀਗੇਸ਼ਨ ਜਾਰੀ ਹੈ। ਫਿਲਹਾਲ ਹਜੇ ਤੱਕ ਕਿਸੇ ਗੈਂਗ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਨਹੀਂ ਦਿੱਤੀ ਗਈ। ਪਰ ਇਹ ਅਪਰਾਧੀ ਕਾਫੀ ਵੱਡਾ ਹੈਗਾ। 10 ਮੁਕੱਦਮੇ ਪਹਿਲਾਂ ਦਰਜ ਨੇ ਤੇ ਹੁਣ ਵੀ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ 4 ਨਜਾਇਜ਼ ਪਿਸਤੌਲ 3 ਮੈਗਜ਼ੀਨ 8 ਜਿੰਦਾ ਰੌਂਦ ਇੱਕ ਕਾਰ ਜਿਹੜੀ ਹੈਗੀ ਤਾਂ ਬਰਾਮਦ ਹੋਈ। ਤੇ ਫਿਲਹਾਲ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਦੀ ਆ ਇਹ ਕੁਝ ਪਤਾ ਚੱਲਿਆ ਕਿ ਇਸ ਨੂੰ ਇਹ ਟਾਸਕ ਕਿਹਨੇ ਦਿੱਤਾ ਸੀ? ਤਾਂ ਉਹੀ ਆ ਕਿਉਂਕਿ ਹਜੇ ਤੱਕ ਫਿਲਹਾਲ ਜੋ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜਦੋਂ ਚੱਲਦੀ ਹੈ ਤਾਂ ਫਿਲਹਾਲ ਪੂਰੀ ਜਾਣਕਾਰੀ ਦਿੱਤੀ ਜਾਂਦੀ। ਬਾਕੀ ਅਸੀਂ ਇਸ ਖਬਰ ਦੇ ਉੱਪਰ ਕਿਉਂਕਿ ਵੱਡੀ ਖਬਰ ਹੈਗੀ ਆ ਤਾਂ ਲਗਾਤਾਰ ਅਸੀਂ ਇਹ ਖਬਰ ਦੇ ਉੱਪਰ ਜੁੜੇ ਰਹਾਂਗੇ। ਪਰ ਫਿਲਹਾਲ ਟਾਸਕ ਕਿਹਨੇ ਦਿੱਤਾ ਸੀ ਜਾਂ ਕਿੰਨੇ ਪੈਸਿਆਂ ਦੇ ਉੱਪਰ ਟਾਸਕ ਸੀ ਉਹਦੀ ਜਾਣਕਾਰੀ ਹਜੇ ਨਹੀਂ ਮਿਲੀ। ਪਰ ਪੁਲਿਸ ਦੇ ਵੱਲੋਂ ਇੰਨਾ ਜਿਹੜਾ ਹੈਗਾ ਜ਼ਰੂਰ ਦੱਸਿਆ ਗਿਆ ਕਿ ਅਸੀਂ ਵੱਡੀ ਜਿਹੜੀ ਕਤਲ ਹੋਣਾ ਸੀ ਕੋਈ ਵੱਡਾ ਇਹ ਟਾਰਗੇਟ ਕਿਲਿੰਗ ਕਰਨ ਦੇ ਲਈ ਇੱਥੇ ਬੈਠਾ ਸੀ। ਅਗਰ ਕੋਈ ਵੱਡੀ ਘਟਨਾ ਵਾਪਰਦੀ ਉਸ ਤੋਂ ਪਹਿਲਾਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਠੀਕ ਹੈ, ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ ਪੂਰੀ ਜਾਣਕਾਰੀ ਦੇਣ ਲਈ। ਤੇ ਇੱਕ ਵੱਡਾ ਬਦਮਾਸ਼ ਗ੍ਰਿਫਤਾਰ ਪੁਲਿਸ ਦੇ ਵੱਲੋਂ ਕੀਤਾ ਗਿਆ। ਇੱਕ ਵੱਡੀ ਰਿਕਵਰੀ ਵੀ ਉਸ ਦੇ ਕੋਲੋਂ ਬਰਾਮਦ ਹੋਈ ਹੈ। 4 ਪਿਸਤੌਲਾਂ ਤੇ ਜੋ ਲਾਈਵ ਕਾਰਟ੍ਰਿਜਸ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ। ਹਾਲਾਂਕਿ ਜਾਂਚ ਪੜਤਾਲ ਲਗਾਤਾਰ ਜਾਰੀ ਹੈ। ਇਹ ਹਲੇ ਸਾਹਮਣੇ ਨਹੀਂ ਆ ਪਾਇਆ ਹੈ ਕਿ ਕਿਸ ਗੈਂਗ ਦੇ ਨਾਲ ਇਹ ਮੁਲਜ਼ਮ ਮਨੀ ਸੰਬੰਧਿਤ ਦੱਸਿਆ ਜਾ ਰਿਹਾ ਹੈ। ਪਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਸ ਦੇ ਵੱਲੋਂ ਇਹ ਟਾਰਗੇਟ ਕਿਲਿੰਗ ਕੀਤੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਹੀ ਜੋ ਪੁਲਿਸ ਹੈ ਉਸ ਨੂੰ ਖੁਫੀਆ ਇਨਪੁਟ ਸੀ ਉਸ ਦੇ ਆਧਾਰ ਤੇ ਇਸ ਮੁਲਜ਼ਮ ਦੀ ਪੈੜ ਪੁਲਿਸ ਦੇ ਵੱਲੋਂ ਨੱਪੀ ਗਈ ਤੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਕਿਉਂਕਿ ਇੱਕ ਵੱਡਾ ਬਦਮਾਸ਼ ਇਹ
दस्सिया जा रहा है। इस ते ऑलरेडी कई मामले दर्ज ने। लगातार पिछले 6 महीने तो पुलिस इस दी भाल 'ਚ जुटी हुई सी। ਹੁਣ ਦਿਨ ਦੀ ਖਬਰ ਨੰਬਰ 5 ਦਾ ਰੁਕ ਕਰਾਂਗੇ। ਹਥਿਆਰ ਤਸਕਰੀ ਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ। ਦਰਅਸਲ ਅੰਮ੍ਰਿਤਸਰ ਪੁਲਿਸ ਨੇ 4 ਤਸਕਰ ਗ੍ਰਿਫਤਾਰ ਕੀਤੇ ਨੇ। 8 ਪਿਸਤੌਲਾਂ ਤੇ 7 ਲਾਈਵ ਕਾਰਟ੍ਰਿਜਸ ਬਰਾਮਦ ਕੀਤੀਆਂ ਗਈਆਂ ਨੇ। ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਤੇ ਵਿਦੇਸ਼ 'ਚ ਬੈਠੇ ਤਸਕਰਾਂ ਦੇ ਨਾਲ ਜੋ ਲਿੰਕ ਨੇ ਉਹ ਵੀ ਇਹਨਾਂ ਦੇ ਸਾਹਮਣੇ ਆਏ ਨੇ। ਹਥਿਆਰ ਤਸਕਰੀ ਦੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ। ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿ 4 ਜੋ ਤਸਕਰ ਨੇ ਗ੍ਰਿਫਤਾਰ ਕੀਤੇ ਗਏ ਨੇ। ਤਸਵੀਰ ਤੁਸੀਂ ਇਹਨਾਂ ਤਸਕਰਾਂ ਦੀ ਦੇਖ ਪਾ ਰਹੇ ਜੋ ਕਿ ਪੁਲਿਸ ਦੀ ਹੁਣ गिरफ्त ज़ाहिर गल है कि हुण कुछ पड़ताल की जाएगी। कोर्ट पेश करके रिमांड हासिल करके जांच पड़ताल की जाएगी क्योंकि ये भी जानकारी सामने आ रही है कि जो तस्कर ने पाकिस्तान च बैठे हुए ने उन्हां दे संपर्क सन ये 4 मुलजम जिन्हां नूं गिरफ्तार पुलिस दे वल्लों कीता गया। ਵੈਪਨ ਜਿਹੜੇ ਰਿਕਵਰ ਹੋਏ ਨੇ 4 ਦੋਸ਼ੀ ਗ੍ਰਿਫਤਾਰ ਹੋਏ ਆ। ਉਹਦੇ ਚ not only cross border arms smuggling network but ਹਵਾਲਾ ਦਾ ਵੀ ਦੁਬਾਰਾ ਇੱਕ ਅਫਗਾਨ ਨੈਸ਼ਨਲ ਜਿਹੜਾ ਉਹ ਫੜਿਆ ਗਿਆ। ਇਹਦੇ ਚ ਜਿਹੜੇ 4 ਦੋਸ਼ੀ ਨੇ ਇਹ ਹੈਗਾ ਮੰਗਜੀਤ ਸਿੰਘ ਫਤਿਆਬਾਦ ਤਰਨਤਾਰਨ ਦਾ, 20 ਸਾਲ ਦੀ ਉਮਰ ਹੈ, 10ਵੀਂ ਪਾਸ ਹੈ, ਅਨਐਮਪਲੋਇਡ ਹੈ। ਇਹਦੇ ਖਿਲਾਫ ਪਹਿਲਾਂ ਵੀ ਸੁਲਤਾਨਵਿੰਡ ਥਾਣੇ ਅੰਮ੍ਰਿਤਸਰ ਦੇ ਵਿੱਚ ਕੇਸ ਰਜਿਸਟਰਡ ਹੈ ਜਿਸ 'ਚ ਹਵਾਈ ਫਾਇਰ ਤੇ ਆਰਮਜ਼ ਐਕਟ ਦਾ ਸੈਕਸ਼ਨਸ ਲੱਗੇ ਹੋਈਆਂ। ਇਹਦੇ ਨਾਲ ਇਹਦਾ ਸਾਥੀ ਹੈ, ਦੋਨੋਂ ਬਾਰਡਰ ਏਰੀਏ ਦੇ ਰਹਿਣ ਵਾਲੇ ਆ। ਸ਼ਮਸ਼ੇਰ ਸਿੰਘ ਫਤਿਆਬਾਦ ਦਾ ਹੀ ਹੈਗਾ, 26 ਸਾਲ ਦਾ, ਸਬਜ਼ੀਆਂ ਦਾ ਕੰਮ ਕਰਦਾ ਵੇਚਣ ਦਾ, 12ਵੀਂ ਪਾਸ ਹੈ। ਤੇ ਤੀਸਰਾ ਮੁਲਜ਼ਮ ਹੈਗਾ ਗੁਰਲਾਲ ਰਾਜਾਤਾਲ, ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ, PS ਕਰਿੰਡਾ ਅੰਮ੍ਰਿਤਸਰ ਰੂਰਲ, 42 ਸਾਲ ਦਾ ਹੈਗਾ। ਇਹ ਖੇਤੀਬਾੜੀ ਦਾ ਕੰਮ ਕਰਦਾ। ਤੇ ਮੇਨ ਜਿਹੜੀ ਗੱਲ ਹੈ ਅਫਗਾਨ ਨੈਸ਼ਨਲ ਫੜਿਆ ਗਿਆ ਇਸਮਾਈਲ ਖੇਲ ਆਹਿਦ, ਇਹ ਪੁਣੇ ਮਹਾਰਾਸ਼ਟਰ 'ਚ ਰਹਿੰਦਾ ਹੈ, 30 ਸਾਲ ਦਾ ਹੈਗਾ, 12ਵੀਂ ਪਾਸ ਹੈ। ਡਰਾਈ ਫਰੂਟ ਦਾ ਕੰਮ ਦੁਕਾਨ ਹੈ ਇਹਦੀ ਪੁਣੇ ਦੇ ਵਿੱਚ। ਔਰ ਪਹਿਲਾਂ ਵੀ ਜਿਹੜੀਆਂ ਇਹ ਗੱਲਾਂ ਆਈਆਂ ਕਿ ਡਰਾਈ ਫਰੂਟ ਦੇ ਆੜ ਦੇ ਵਿੱਚ ਹਵਾਲਾ ਜਿਹੜੀ ਟ੍ਰਾਂਜੈਕਸ਼ਨਸ ਨੇ ਉਹ ਬਾਹਰ ਬੈਠੇ ਸਮਗਲਰ ਸਪੈਸ਼ਲੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਉਹ ਇਸ ਚੀਜ਼ਾਂ ਨਾਲ ਡੀਲ ਕਰਦੇ ਆ। ਤੇ ਹੁਣ ਰੁਕ ਕਰਾਂਗੇ ਦਿਨ ਦੀ ਖਬਰ ਨੰਬਰ 4 ਦਾ ਜੋ ਕਿ ਜੁੜੀ ਹੋਈ ਹੈ ਸਮਾਣਾ ਦੇ ਘੱਗਾ ਦੇ ਨਾਲ ਕਿਉਂਕਿ ਸਮਾਣਾ ਦੇ ਘੱਗਾ 'ਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜ਼ਮੀਨ ਦੇ ਮੁਆਵਜ਼ੇ ਨੂੰ ਲੈ ਕੇ ਇਹ ਧਰਨਾ ਲਗਾਇਆ ਗਿਆ ਕਿਸਾਨਾਂ ਦੇ ਵੱਲੋਂ। ਦਿੱਲੀ ਕਟੜਾ ਐਕਸਪ੍ਰੈਸਵੇ ਤੇ ਇਹ ਧਰਨਾ ਲਗਾਇਆ ਗਿਆ। ਰੋਸ ਪ੍ਰਦਰਸ਼ਨ ਆਪਣਾ ਜ਼ਾਹਰ ਕੀਤਾ ਗਿਆ। NHAI ਤੇ ਮੁਆਵਜ਼ਾ ਜਾਰੀ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਕਾਬਿਲੇ ਗੌਰ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਕਈ ਥਾਵਾਂ ਤੇ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਨੇ ਪਰ ਕਿਸਾਨ ਇਹ ਲਗਾਤਾਰ ਇਲਜ਼ਾਮ ਲਗਾਉਂਦੇ ਆਏ ਨੇ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਮਾਰਕੀਟ ਜੋ ਪ੍ਰਾਈਸ ਹੈ ਉਸ ਦੇ ਹਿਸਾਬ ਨਾਲ ਨਹੀਂ ਦਿੱਤਾ ਜਾਂਦਾ ਹੈ। ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ। ਕਿਸਾਨਾਂ ਨੇ ਖੇਤਾਂ ਤੱਕ ਜਾਣ ਵਾਲੇ ਰਾਹ ਬੰਦ ਕਰ ਦਿੱਤੇ ਨੇ। ਧਰਨਾ ਦੇ ਰਹੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੱਕ ਮਿਲਣ ਤੱਕ ਦਿੱਲੀ ਕਟੜਾ ਐਕਸਪ੍ਰੈਸਵੇ ਬੰਦ ਰਹੇਗਾ ਜਦ ਤੱਕ ਉਹਨਾਂ ਨੂੰ ਹੱਕ ਨਹੀਂ ਮਿਲਦਾ ਤੇ ਭਰੋਸਿਆਂ ਦੇ ਨਾਲ ਨਹੀਂ ਚੱਲਣਾ, ਕਾਰਵਾਈ ਦੇ ਨਾਲ ਹੱਲ ਹੋਵੇਗਾ ਮਸਲਾ। ਦੂਸਰੇ ਪਾਸੇ ਕਿਸਾਨ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਮੰਗਲਵਾਰ ਨੂੰ ਦੱਸ ਕੇ NHAI ਦੇ ਅਧਿਕਾਰੀਆਂ ਦੇ ਨਾਲ मीटिंग है किसानों ने देखना होगा कि कुछ इस मसले का हल निकलता है नहीं निकलता है क्योंकि पर किसान चेतावनी दे चुके ने, अल्टीमेटम दे चुके ने जे साडा मसले का हल ना निकलिया तो असी ये धरना एज इट इज ही जारी रखांगे। चलो कोई नहीं बेसमा देने भी किसानां दियां हरियाणे की हद तो पंजाब की जो हद शुरू होंदी है पातना ब्लॉक नाल जां पूरे पंजाब की गल कर लईए जित्थों दी ये रोड गया है ਉੱਥੋਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਹੋ ਗਈਆਂ। ਪਹਿਲੀ ਗੱਲ ਤਾਂ ਵੱਡਾ ਧੱਕਾ ਕਿ ਰੇਟ ਘੱਟ ਦਿੱਤੇ ਗਏ। ਉਹਦੇ ਨਾਲ ਉਸ ਤੋਂ ਬਾਅਦ ਦੀ ਗੱਲ ਇਹ ਹੈ ਕਿ ਇਹਨਾਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮਸਲੇ ਆ ਉਹ ਕਿਸੇ ਦੇ ਬੋਰ ਵਿੱਚ ਆ ਗਏ, ਕਿਸੇ ਦੀਆਂ ਪਾਈਪ ਲਾਈਨਾਂ ਇਸ ਰੋਡ ਥੱਲੇ ਦਬ ਗਈਆਂ, ਸਰਕਾਰੀ ਰਸਤੇ ਕੱਟ ਗਏ, ਪੋਲ ਜ਼ਮੀਨਾਂ ਦੇ ਵਿੱਚ ਖੜੇ ਆ। ਜਾਣੀ ਕਿਸੇ ਦਾ ਵੀ ਕੋਈ ਹੱਲ ਪ੍ਰੋਪਰ 100% ਕਲੀਅਰ ਨਹੀਂ ਹੋਇਆ। ਵੱਡੀ ਗੱਲ ਕਿ ਪਾਈਪ ਲਾਈਨਾਂ ਦੇ ਅਵਾਰਡ ਪਾਸ ਹੋ ਗਏ, ਉਹ ਪੇਮੈਂਟ ਨਹੀਂ ਦਿੱਤੀ ਜਾ ਰਹੀ NHI ਵੱਲੋਂ, ਜੰਮੂ ਨੈਸ਼ਨਲ ਅਥਾਰਟੀ ਵੱਲੋਂ। ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜ਼ਮੀਨਾਂ ਪਿੱਛੇ ਉਹਨਾਂ ਦੇ ਸਰਕਾਰੀ ਰਾਹ ਕੱਟ ਗਏ ਤਾਂ ਉਹਨਾਂ ਦੇ ਰਸਤੇ ਬੰਦ ਕਰਤੇ।
ਤੇ ਹੁਣ ਦਿਨ ਦੀ ਖਬਰ ਨੰਬਰ 3 ਦਾ ਜ਼ਿਕਰ ਕਰਾਂਗੇ। ਧੂਰੀ ਰੈਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਬੀਜੇਪੀ ਹੁਣ ਆਮੋ ਸਾਹਮਣੇ ਨਜ਼ਰ ਆ ਰਹੇ ਨੇ। ਕਾਬਲੇ ਗੌਰ ਹੈ ਕਿ ਬੀਤੇ ਕੱਲ ਹੀ ਕੇਵਲ ਢਿੱਲੋਂ ਦੀ ਅਗਵਾਈ 'ਚ ਧੂਰੀ 'ਚ ਬੀਜੇਪੀ ਦੇ ਵੱਲੋਂ ਰੈਲੀ ਕੀਤੀ ਗਈ ਸੀ। ਸੀਐਮ ਭਗਵੰਤ ਮਾਨ ਨੇ ਬੀਜੇਪੀ ਦੀ ਧੂਰੀ ਰੈਲੀ ਤੇ ਤੰਜ ਕੱਸਿਆ ਹੈ। ਸੀਐਮ ਨੇ ਕਿਹਾ ਹੈ ਕਿ ਧੂਰੀ 'ਚ ਭਾਜਪਾ ਦਾ ਫਲॉप ਸ਼ੋ ਸੀ। ਪੰਜਾਬ ਦੇ ਲੋਕ ਬੀਜੇਪੀ ਨੂੰ ਮੂੰਹ ਨਹੀਂ ਲਗਾਉਂਦੇ। ਇਸ ਤਰੀਕੇ ਨਾਲ ਤੰਜ ਕੱਸਦੇ ਹੋਏ ਸੀਐਮ ਭਗਵੰਤ ਮਾਨ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸਾਰਿਆਂ ਨੇ ਦੇਖਿਆ ਕਿ ਰੈਲੀ 'ਚ ਕਿੰਨੇ ਲੋਕ ਸਨ। ਪੰਜਾਬ ਦੇ ਲੋਕ ਭਾਜਪਾ ਦੇ ਨਫ਼ਰਤੀ ਚਿਹਰੇ ਤੋਂ ਜਾਣੂ ਹਨ। ਸੀਐਮ ਮਾਨ ਨੂੰ ਕੇਵਲ ਢਿੱਲੋਂ ਦੇ ਵੱਲੋਂ ਮੋੜਵਾ ਜਵਾਬ ਵੀ ਦਿੱਤਾ ਗਿਆ। ਸੀਐਮ ਮਾਨ ਦੇ ਬਿਆਨ ਬੁਖਲਾਹਟ ਦੀ ਨਿਸ਼ਾਨੀ। ਇਸ ਗੱਲ ਦਾ ਜ਼ਿਕਰ ਕੇਵਲ ਢਿੱਲੋਂ ਦੇ ਵੱਲੋਂ ਕੀਤਾ ਗਿਆ। ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਵਾਲੀ ਸਰਕਾਰ ਅਸੀਂ ਬਣਾਵਾਂਗੇ, ਇਹ ਕਹਿੰਦੇ ਹੋਏ ਨਜ਼ਰ ਆਏ ਕੇਵਲ ਢਿੱਲੋਂ। ਬੀਤੇ ਕੱਲ ਹੀ ਧੂਰੀ 'ਚ ਜੋ ਹੈ ਬੀਜੇਪੀ ਦੀ ਇੱਕ ਵੱਡੀ ਰੈਲੀ ਹੋਈ ਸੀ ਕਿ ਕੇਵਲ ਢਿੱਲੋਂ ਹਾਲ ਫਿਲਹਾਲ 'ਚ 3 ਜੂਨ ਨੂੰ ਉਹਨਾਂ ਨੂੰ ਪੰਜਾਬ ਬੀਜੇਪੀ ਦਾ ਪ੍ਰਧਾਨ ਐਲਾਨਿਆ ਗਿਆ ਹੈ, ਥਾਪਿਆ ਗਿਆ ਹੈ। ਤੇ ਉਸ ਤੋਂ ਬਾਅਦ ਹੁਣ ਕਿਤਨਾ ਕਿਤੇ ਐਕਟਿਵ ਉਹ ਨਜ਼ਰ ਆ ਰਹੇ ਨੇ, ਵਰਕਿੰਗ ਮੋਡ 'ਚ ਨਜ਼ਰ ਆ ਰਹੇ ਨੇ। ਬੀਤੇ ਕੱਲ ਪਹਿਲੀ ਰੈਲੀ ਉਹਨਾਂ ਦੀ ਅਗਵਾਈ ਹੇਠ ਹੋਈ ਸੀ। ਉੱਥੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਪਹੁੰਚੇ ਹੋਏ ਸਨ ਤੇ ਉੱਥੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ। ਹਾਲਾਂਕਿ ਹਰਪਾਲ ਚੀਮਾ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਸੀ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਨਾਇਬ ਸਿੰਘ ਸੈਣੀ ਖਾਲੀ ਕੁਰਸੀਆਂ ਨੂੰ ਸੰਬੋਧਨ ਕਰ ਰਹੇ ਸੀ। ਪਰ ਸੀਐਮ ਭਗਵੰਤ ਮਾਨ ਨੇ ਅੱਜ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਬੀਜੇਪੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਾ ਚਾਹੁੰਦੇ, ਇਹ ਬੀਜੇਪੀ ਦਾ ਫਲॉप ਸ਼ੋ ਸੀ। ਦੂਸਰੇ ਪਾਸੇ ਕੇਵਲ ਢਿੱਲੋਂ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਬੁਖਲਾਹਟ ਹੈ। ਪੰਜਾਬ 'ਚ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲੀ ਸਰਕਾਰ ਬਣਾਉਣ ਜਾ ਰਹੇ ਹਾਂ। ਹਰਿਆਣਾ ਦੇ ਸੀਐਮ ਪੂਰੀ ਆਏ ਸੀ ਤੇ ਉਹਨਾਂ ਸਾਹਮਣੇ ਕਿੰਨੇ ਕੁ ਬੰਦੇ ਬੈਠੇ ਸੀ ਇਹ ਵੀ ਤੁਹਾਨੂੰ ਪਤਾ ਹੈ। ਸੋ ਉਹ ਫਲॉप ਸ਼ੋ ਸੀ ਕੱਲ ਉਹਨਾਂ ਦਾ ਧੂਰੀ ਵਿਖੇ। ਪੰਜਾਬ ਦੇ ਲੋਕ ਬੀਜੇਪੀ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਉਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਕਿਸਾਨਾਂ ਨੇ, ਪੰਜਾਬੀਆਂ ਨੇ ਖਾਸ ਤੌਰ ਤੇ ਬੀਜੇਪੀ ਦਾ ਨਫ਼ਰਤ ਵਾਲਾ ਚਿਹਰਾ ਜਿਹੜਾ ਉਹ ਦੇਖਿਆ ਹੋਇਆ ਤੇ ਉਹ ਚਿਹਰਾ ਨੰਗਾ ਹੋ ਗਿਆ। ਜਿਹੜਾ ਮੁੱਖ ਮੰਤਰੀ ਸਾਹਿਬ ਦੇ ਤੁਸੀਂ ਗੱਲ ਕਰ ਰਹੇ ਹੋ, ਮੈਂ ਤਾਂ ਇੰਨੇ ਲਫ਼ਜ਼ ਕਹਾਂਗਾ ਕਿ ਉਹ ਬੁਖਲਾਹਟ 'ਚ ਇਹ ਸਾਰੀਆਂ ਗੱਲਾਂ ਕਰ ਰਹੇ ਹੋ। ਤੇ ਦਿਨ ਦੀ ਖਬਰ ਨੰਬਰ 2 ਦਾ ਜ਼ਿਕਰ ਕਰਾਂਗੇ। ਨਿਊਜ਼ 18 ਤੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਹਾਈ ਕਮਾਂਡ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਚਰਚਾ ਹੋਈ ਹੈ। ਇਸ ਗੱਲ ਦਾ ਜ਼ਿਕਰ ਕੇਵਲ ਢਿੱਲੋਂ ਵੱਲੋਂ ਕੀਤਾ ਗਿਆ। ਕਾਬਲੇ ਗੌਰ ਹੈ ਕਿ ਕੇਵਲ ਢਿੱਲੋਂ ਦਿੱਲੀ 'ਚ ਗਏ ਸੀ ਤੇ ਉੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਰੇਖਾ ਗੁਪਤਾ, ਗਜਿੰਦਰ ਸ਼ੇਖਾਵਤ ਤੇ ਜੇਪੀ ਨੱਡਾ ਨੂੰ ਵੀ ਮਿਲੇ ਸੀ। ਤੇ ਕੇਵਲ ਢਿੱਲੋਂ ਨੇ ਨਿਊਜ਼ 18 ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਲੈ ਕੇ ਸੁਹਿਰਦ ਹੈ। ਆਉਣ ਵਾਲੇ ਦਿਨਾਂ 'ਚ ਵੱਡੇ ਲੀਡਰ ਪੰਜਾਬ ਆਉਣਗੇ। ਅਸੀਂ ਸਾਰੀਆਂ 117 ਸੀਟਾਂ ਦੀ ਤਿਆਰੀ ਕਰ ਰਹੇ ਹਾਂ, ਯਾਨੀ ਕਿ ਆਉਣ ਵਾਲੇ ਅਸੈਂਬਲੀ ਇਲੈਕਸ਼ਨਸ ਬੀਜੇਪੀ ਆਪਣੇ ਦਮ ਤੇ, ਆਪਣੇ ਪੱਧਰ ਤੇ 117 ਸੀਟਾਂ ਤੇ ਲੜੇਗੀ। ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅਸੀਂ ਲਿਆਵਾਂਗੇ, ਇਹ ਵੀ ਉਹ ਕਹਿੰਦੇ ਹੋਏ ਨਜ਼ਰ ਆਏ। ਸੈਂਟਰ ਸਰਕਾਰ ਨੂੰ ਲੈ ਕੇ ਪੰਜਾਬ ਦੇ ਬਾਰੇ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਸੀ। ਬਹੁਤ ਵਧੀਆ ਮੀਟਿੰਗਾਂ ਹੋਈਆਂ। ਤੁਹਾਨੂੰ ਪਤਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡੇ ਭਖਦੇ ਮੁੱਦੇ ਜਿਹੜੇ ਹੈਗੇ ਆ, ਲਾਅ ਐਂਡ ਆਰਡਰ ਦਾ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨਾਲ ਬਹੁਤ ਵਧੀਆ ਮੀਟਿੰਗ ਹੋਈ। ਬਹੁਤ ਵਧੀਆ ਉਤਸ਼ਾਹਤ ਮੀਟਿੰਗ ਹੋਈ। ਸਾਡੇ ਅਰਜਨ ਮੇਘਵਾਲ ਜੀ ਨੇ ਲਾਅ ਮਿਨਿਸਟਰ, ਉਹਨਾਂ ਨਾਲ ਮੀਟਿੰਗ ਹੋਈ। ਖੇਤੀਬਾੜੀ ਸਾਡੀ ਪ੍ਰਧਾਨ ਸੂਬਾ, ਉਹਨਾਂ ਨੂੰ ਲੈ ਕੇ ਅਸੀਂ ਸ਼ਿਵਰਾਜ ਸਿੰਘ ਚੌਹਾਨ ਜੀ ਨਾਲ ਮੀਟਿੰਗ ਹੋਈ। ਬਹੁਤ ਵਧੀਆ ਮੀਟਿੰਗ ਹੋਈ। ਸਾਰੇ ਮੋਸਟਲੀ ਕੇਂਦਰੀ ਮੰਤਰੀ ਵੀ ਸਾਰੇ ਆ ਰਹੇ ਆ। ਸਾਡੇ ਪੰਜਾਬ ਜਿਹੜੇ ਪਾਲਿਸੀਆਂ ਨੇ, ਪੰਜਾਬ ਦੇ ਵਿੱਚ ਬਹੁਤ ਪੈਸਾ ਆਇਆ ਸਾਰੇ ਪਾਲਿਸੀਆਂ ਦੇ ਵਿੱਚ, ਪਰ ਪੈਸਾ ਲੱਗਿਆ ਨਹੀਂ। ਯੂਟਿਲਾਈਜੇਸ਼ਨ ਸਰਟੀਫਿਕੇਟ ਵਾਪਸ ਨਹੀਂ ਗਏ। ਮੰਤਰੀ ਸਾਹਿਬਾਨ ਖੁਦ ਆ ਰਹੇ ਆ ਕਿ ਉਹਨਾਂ ਦੇ ਮੰਤਰਾਲਿਆਂ ਦੇ ਥਰੂ ਕਿਹੜੇ-ਕਿਹੜੇ ਕੰਮ ਪੰਜਾਬ 'ਚ ਹੋਏ ਆ ਔਰ ਇੱਥੇ ਆਉਣਗੇ। ਸਾਡੇ ਜਿਹੜੇ ਰਾਸ਼ਟਰੀ ਕੌਮੀ ਪ੍ਰਧਾਨ ਨੇ ਨਿਤਨ ਨਵੀਨ ਜੀ, ਉਹ ਵੀ ਬੜੀ ਜਲਦੀ ਪੰਜਾਬ 'ਚ ਆ ਰਹੇ ਨੇ। ਅਸੀਂ ਇਸ ਵੇਲੇ ਜਿੱਥੇ ਤੱਕ ਮੈਂ ਆਪਣੀ ਗੱਲ ਕਰਦਾ, ਬੀਜੇਪੀ ਪੰਜਾਬ, ਅਸੀਂ 117 ਸੀਟਾਂ ਤੇ ਇਕੱਲੇ ਲੜਨ ਜਾ ਰਹੇ ਹਾਂ। ਦਿਨ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰਾਂਗੇ। ਖਬਰ ਨੰਬਰ 1 ਦਾ ਜੋ ਕਿ ਜੁੜੀ ਹੋਈ ਹੈ ਇੰਡੀਆ ਬਲਾਕ ਦੇ ਨਾਲ। ਦਿੱਲੀ 'ਚ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਐਂਡ ਇਨਕਲੂਸਿਵ ਅਲਾਇੰਸ ਬਲਾਕ ਦੀ ਅੱਜ ਬੈਠਕ। ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਸਣੇ ਕਈ ਪਾਰਟੀਆਂ ਇਸ ਮੀਟਿੰਗ ਦਾ ਹਿੱਸਾ ਬਣੀਆਂ। ਮੀਟਿੰਗ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਕਾਰਜੁਨ ਖੜਗੇ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਖੜਗੇ ਨੇ ਕਿਹਾ ਕਿ ਵੱਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਤੇ ਚਰਚਾ ਇਸ ਮੀਟਿੰਗ 'ਚ ਅਸੀਂ ਕੀਤੀ ਹੈ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੇਪਰ ਲੀਕ ਤੇ ਵੀ ਮੰਥਨ ਇਸ ਮੀਟਿੰਗ 'ਚ ਕੀਤਾ ਗਿਆ ਹੈ। ਚੀਫ ਜਸਟਿਸ ਆਫ ਇੰਡੀਆ ਨੂੰ ਇੰਡੀਆ ਬਲਾਕ ਲੈਟਰ ਲਿਖੇਗਾ। SIR ਤੇ ਨਿਰਪੱਖ ਚੋਣਾਂ ਨੂੰ ਲੈ ਕੇ ਵੀ ਸਾਡੇ ਵੱਲੋਂ ਲੈਟਰ ਲਿਖਿਆ ਜਾਏਗਾ। ਇਸ ਨਾਲ ਹੀ 8 ਅਗਸਤ ਨੂੰ ਇੰਡੀਆ ਗਠਜੋੜ ਦੀ ਮੀਟਿੰਗ ਹੋਏਗੀ, ਹੈਦਰਾਬਾਦ 'ਚ ਮੀਟਿੰਗ ਹੋਏਗੀ। ਉਹ ਵੀ ਇਸ ਗੱਲ ਦਾ ਜ਼ਿਕਰ ਕਰ ਗਏ। ਖੜਗੇ ਨੇ ਕਿਹਾ ਕਿ ਅਗਲੀ ਮੀਟਿੰਗ ਹੈਦਰਾਬਾਦ 'ਚ ਹੋਏਗੀ। ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਨੇ, ਵਿਰੋਧੀ ਧਿਰ ਨੂੰ ਇਕਜੁੱਟ ਹੋਣ ਦੀ ਲੋੜ ਹੈ, ਇਹ ਵੀ ਉਹ ਕਹਿੰਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਸੰਵਿਧਾਨ ਤੇ ਕਨਸਟੀਟਿਊਸ਼ਨ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਇਸ ਬੈਠਕ ਵਿੱਚ ਰਾਹੁਲ ਗਾਂਧੀ, ਸੋਨੀਆ ਗਾਂਧੀ, ਜੰਮੂ ਕਸ਼ਮੀਰ ਦੇ CM ਉਮਰ ਅਬਦੁੱਲਾ,
सांसद अभिषेक बनर्जी तेजस्वी यादव भी मौजूद रहे। बैठक दौरान सोनिया गांधी ਨੂੰ ਜੱਫੀ ਪਾ ਕੇ ममता बनर्जी ਦੇ ਵੱਲੋਂ ਮਿਲਿਆ। मतदाता सूची में हेरफेर तथा चुनाव की निष्पक्षता पर उठे गंभीर प्रश्नों के संबंध में भारत के माननीय मुख्य न्यायाधीश को एक पत्र भेजा जाएगा। ये पत्र शीघ्र ही उन्हें सौंपा जाएगा। निर्णय लिया गया कि शिक्षा मंत्री को तत्काल इस्तीफे की हम मांग कर रहे हैं और इस्तीफा देना चाहिए। मुझे तो समझ में नहीं आता है ये एक ही टेप रिकॉर्डर ये कब से चला रहे हैं। तमिलनाडु में आप झटपट से वहां आप चले गए, जाके दूसरे पार्टी के साथ आपने गठबंधन कर ली और सरकार बना लिया। केरल में आपने सरकार बना लिया तो एसआईआर को कोस नहीं रहे। बंगाल में हार गए तो एसआईआर का रोना रो रहे। तो ये जो हाइट ऑफ हिपोक्रेसी है ये सब हम और हिंदुस्तान देख रहा है। ਤੇ ਹੁਣ ਗੱਲ ਕਰਾਂਗੇ ਲੈਫਟੀਨੈਂਟ ਕਰਨਲ ਨਿਤੇਸ਼ ਪਾਟਿਲ ਸ਼ੁਕਲਾ ਦੀ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਬਹਾਦਰੀ ਅਵਾਰਡ ਸ਼ੌर्य ਚੱਕਰ ਦੇ ਨਾਲ। ਉਹ ਸਨਮਾਨਿਤ ਕੀਤੇ ਗਏ ਨੇ। ਦੱਸ ਕੇ ਸਿੱਖ ਰੈਜੀਮੈਂਟ 'ਚ ਲੈਫਟੀਨੈਂਟ ਕਰਨਲ ਨੇ ਨਿਤੇਸ਼ ਸ਼ੁਕਲਾ ਤੇ ਰਾਸ਼ਟਰਪਤੀ ਭਵਨ 'ਚ ਇਹ ਸਨਮਾਨ ਸਮਾਰੋਹ ਹੋਇਆ। ਰਾਸ਼ਟਰਪਤੀ द्रौपदी ਮੁਰਮੂ ਨੇ ਉਹਨਾਂ ਨੂੰ ਬਹਾਦਰੀ ਅਵਾਰਡ ਦਿੱਤਾ। LOC ਤੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਦੀ ਉਹਨਾਂ ਦੇ ਵੱਲੋਂ ਅਗਵਾਈ ਕੀਤੀ ਗਈ ਸੀ। ਕਾਬਲੇ ਗੌਰ ਹੈ ਕਿ ਫੌਜੀ ਜਵਾਨ ਨੇ 3 ਅੱਤਵਾਦੀਆਂ ਨੂੰ ਢੇਰ ਵੀ ਕੀਤਾ ਸੀ ਤੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਨਾਕਾਮ ਕੀਤੀ ਗਈ ਸੀ ਤੇ ਹੁਣ ਉਹਨਾਂ ਨੂੰ शौर्य चक्र के नाल सम्मानित। ग्रेनेड हमलों के बीच रेंगते हुए आगे बढ़े और नजदीक से 2 आतंकवादियों को ढेर कर दिया। साथियों पर घातक फायर कर रहे तीसरे आतंकी का भी खात्मा किया। निर्भीक रण कौशल और साधारण साहस के लिए आपको शौर्य चक्र से सम्मानित किया जाता है। लेफ्टिनेंट कर्नल नितेश भारती शुक्ला। ਤੇ ਹੁਣ ਗੱਲ ਕਰਾਂਗੇ ਹਿਮਾਚਲ ਦੀ। ਹਿਮਾਚਲ 'ਚ ਨਸ਼ੇ ਨੂੰ ਲੈ ਕੇ ਗੰਭੀਰ ਸਥਿਤੀ ਹੋ ਗਈ ਹੈ ਕਿਉਂਕਿ ਔਰਤਾਂ ਦੇ ਲਈ ਹੁਣ ਪਹਿਲਾ ਨਸ਼ਾ ਮੁਕਤੀ ਕੇਂਦਰ ਖੋਲ੍ਹ ਦਿੱਤਾ ਗਿਆ। ਹਿਮਾਚਲ 'ਚ ਸ਼ਿਮਲਾ ਦੇ ਮਸ਼ੋਬਰਾ 'ਚ ਇਹ ਨਸ਼ਾ ਮੁਕਤੀ ਕੇਂਦਰ ਖੋਲ੍ਹਿਆ ਗਿਆ। ਦੱਸ ਕੇ CM ਸੁਖਵਿੰਦਰ ਸੁੱਖੂ ਨੇ ਅੱਜ ਇਸ ਰੀਹੈਬਿਲਿਟੇਸ਼ਨ ਸੈਂਟਰ ਦਾ ਉਦਘਾਟਨ ਵੀ ਕੀਤਾ। ਨਸ਼ੇ ਦੀ ਗਿਰਫਤ 'ਚ ਕੁਝ ਔਰਤਾਂ ਆਈਆਂ ਨੇ। ਇਸ ਗੱਲ ਦਾ ਜ਼ਿਕਰ CM ਸੁੱਖੂ ਕਰਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਨਸ਼ੇ ਦੀ ਗਿਰਫਤ 'ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਨਸ਼ੇ ਦੇ ਮਾਮਲਿਆਂ 'ਚ ਪੁਲਿਸ ਲਗਾਤਾਰ ਸਖਤੀ ਕਰ ਰਹੀ ਹੈ। 3 ਸਾਲਾਂ 'ਚ 10,000 ਤੋਂ ਵੱਧ ਮੁਲਜ਼ਮ ਸਾਡੀ ਸਰਕਾਰ ਦੇ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਗ੍ਰਿਫਤਾਰ ਮੁਲਜ਼ਮਾਂ 'ਚ 12% ਔਰਤਾਂ ਵੀ ਸ਼ਾਮਲ ਨੇ ਤੇ ਟਾਂਡਾ 'ਚ ਵੀ ਇੱਕ ਨਸ਼ਾ ਮੁਕਤੀ ਕੇਂਦਰ ਖੋਲ੍ਹਿਆ ਜਾਏਗਾ। ਇਸ ਗੱਲ ਦਾ ਜ਼ਿਕਰ CM ਸੁੱਖੂ ਕਰਦੇ ਹੋਏ ਨਜ਼ਰ ਆਏ। भी नहीं है। यहाँ हमने कहा कि नॉर्थ जोन का जैसे हरियाणा पंजाब है तो उस दृष्टिकोण से इसको देखा गया और पहला महिलाओं के लिए जो चिट्टे में सम्मिलित महिलाएं हैं उनके लिए ये डी एडिक्शन सेंटर खोला गया है क्योंकि महिलाओं के साथ पुरुषों का सेंटर खोलना उचित नहीं है। इसलिए हमने कहा बड़ा सोच विचार करके महिला क्योंकि अपनी आइडेंटिटी को भी बताना नहीं चाहेगी और पुलिस ने ये रखा है कि पुलिस डिपार्टमेंट ने कि इसकी आइडेंटिटी भी ना बताई जाए ताकि उसको आगे कभी कोई ऐसी बात ना सुनने को मिले जिससे उसको किसी बात के लिए शर्मिंदा होने में पड़े। तो इसलिए बड़ा सोच विचार करके ये नवजीवन के तहत ये पहला डी एडिक्शन सेंटर खुला है सरकारी तौर पर। ਤੇ ਹੁਣ ਗੱਲ ਕਰਾਂਗੇ ਸਾਈਬਰ ਠੱਗੀ ਦੀ ਕਿਉਂਕਿ ਸਾਈਬਰ ਠੱਗੀ ਦੇ ਖਿਲਾਫ ਚੰਡੀਗੜ੍ਹ ਪੁਲਿਸ ਦੀ ਸਖਤੀ ਦੇਖਣ ਨੂੰ ਮਿਲੀ ਹੈ। ਦਰਅਸਲ SP ਸਾਈਬਰ ਕ੍ਰਾਈਮ ਗੀਤਾਂਜਲੀ ਖੰਡੇਲਵਾਲ ਦੀ ਸਖਤੀ ਸਾਹਮਣੇ ਆਈ ਹੈ। ਇਨਵੈਸਟਮੈਂਟ ਦੇ ਨਾਂ ਤੇ ਲੋਕਾਂ ਦੇ ਨਾਲ ਠੱਗੀ ਕੀਤੀ ਜਾ ਰਹੀ ਸੀ। ਰਾਜਸਥਾਨ ਤੇ ਪੱਛਮੀ ਬੰਗਾਲ 'ਚੋਂ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਿਜੀਟਲ ਅਰੈਸਟ ਤੋਂ ਬਚਣ ਲੋਕ ਇਸ ਗੱਲ ਦਾ ਜ਼ਿਕਰ ਖੰਡੇਲਵਾਲ ਕਰਦੇ ਹੋਏ ਨਜ਼ਰ ਆਏ। हमारे साथ सुपरिटेंडेंट ऑफ पुलिस
साइबर सेल गीतांजलि मैम है। गीतांजलि मैम, क्योंकि लगातार पहले भी हमने बातचीत की थी, आपने पहले भी कई ऐसे अरेस्ट किए हैं, लेकिन अब दोबारा से साइबर ठगी के मामले बढ़ रहे हैं, चाहे वो डिजिटल क्राइम हो, चाहे वो अलग अलग तरीके हों। किस तरह से मोडस ऑपरेंडी रहती है और किस तरह से बचा जाए? आजकल 3-4 तरह के जो मोडस ऑपरेंडी हैं वो काफ़ी चलन में हैं, जो शिकायतों में देखे गए हैं। जैसे डिजिटल अरेस्ट का अभी भी मामला कुछ ना कुछ सामने आ जाता है, और एक इन्वेस्टमेंट फ्रॉड बहुत ज़्यादा प्रचलित है, जिसमें टेलीग्राम या इंस्टाग्राम पे हम किसी ग्रुप में ऐड हो जाते हैं और हमें वहाँ पर दिखाया जाता है कि इतना पैसा इन्वेस्ट करने पर आपको ज़्यादा रिटर्न्स मिलेंगी। तो इनिशियली होता क्या है कि पर्सन उसमें जुड़ जाता है, छोटा अमाउंट इन्वेस्ट कर देता है, जब उसको अच्छी रिटर्न्स आने लगती हैं, उसका विश्वास जीत लिया जाता है, फिर वो बड़ी इन्वेस्टमेंट की तरफ बढ़ जाता है, और जब वो फिर अपना पैसा विड्रॉ करना चाहता है तब वो पैसा उसको मिलता नहीं है, जिसका मतलब है कि वो एक ऑनलाइन इन्वेस्टमेंट फ्रॉड का शिकार हो गया है। और बाकी फेक कॉल्स, डीप फेक कॉल्स, इस टाइप के अभी काफी प्रचलन में है। जिस तरह से डिजिटल अरेस्ट के मामले पिछले दिनों में आए, हालांकि लोगों को बार बार अवेयर किया जाता है कि डिजिटल अरेस्ट नाम की कोई चीज नहीं होती, उसको लेकर किस तरह से लोगों को अवेयर किया जाए? जैसे मैंने पहले भी कहा है कि डिजिटल अरेस्ट नाम की कोई चीज नहीं होती। पुलिस या सीबीआई या कोई भी इन्वेस्टिगेटिंग एजेंसी कभी भी व्हाट्सएप कॉल के थ्रू, टेलीग्राम कॉल के थ्रू, इंस्टाग्राम कॉल के थ्रू, किसी भी ऑनलाइन मोड के थ्रू किसी को अरेस्ट नहीं करती। दूसरी बात, ना कभी सेफ डिपॉजिट में पैसा डालने के लिए बोलती है। तो जब भी कभी ऐसा हो आपके साथ कि आपसे कोई बोले कि आप ये कॉल किसी को बताना मत, और आप फलाने क्यूआर कोड पे या फलाने अकाउंट में पैसा डाल दो, आपका पैसा सेफ रहेगा, आपका आधार नंबर कहीं कनेक्टेड आया है और आपको बचाने के लिए हम आपको डिजिटली अरेस्ट कर रहे हैं, तो इन बातों में किसी के नहीं आना है।